ਦੋਸਤੋ, ਮੇਰੀ ਜ਼ਿੰਦਗੀ ਵਿੱਚ ਕੁਝ ਦਿਨਾਂ ਤੋਂ ਬਹੁਤ ਅਜੀਬ ਚੱਲ ਰਿਹਾ ਸੀ। ਮੈਂ ਸੋਚ ਕੇ ਬਹੁਤ ਪਰੇਸ਼ਾਨ ਹੋਣ ਲੱਗ ਗਈ ਕਿ ਇਹ ਸਭ ਕੌਣ ਕਰ ਰਿਹਾ ਹੈ। ਜਦੋਂ ਵੀ ਬਾਥਰੂਮ ਵਿੱਚ ਨਹਾਉਣ ਲਈ ਜਾਂਦੀ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੈਨੂੰ ਕੋਈ ਦੇਖ ਰਿਹਾ ਹੈ। ਘਰ ਵਿੱਚ ਮੈਂ ਤੇ ਮੇਰੇ ਬੇਟੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ ਰਹਿੰਦਾ। ਮੈਨੂੰ ਵਿਧਵਾ ਹੋਏ ਨੂੰ 2 ਸਾਲ ਹੋ ਚੁੱਕੇ ਸਨ। ਮੈਂ ਜਦੋਂ ਨਹਾ ਕੇ ਬਾਹਰ ਨਿਕਲਦੀ ਤਾਂ ਉੱਥੇ ਕੋਈ ਵੀ ਨਹੀਂ ਸੀ ਹੁੰਦਾ। ਮੇਰਾ ਬੇਟਾ ਵੀ ਆਪਣੇ ਕਮਰੇ ਵਿੱਚ ਪੜ੍ਹ ਰਿਹਾ ਹੁੰਦਾ ਸੀ। ਇੱਕ ਦਿਨ ਮੈਂ ਵੈਸੇ ਹੀ ਬਾਥਰੂਮ ਦਾ ਦਰਵਾਜ਼ਾ ਬੰਦ ਕੀਤਾ ਤੇ ਕਮਰੇ ਵਿੱਚ ਚਲੀ ਗਈ। ਅਜੇ ਥੋੜੀ ਦੇਰ ਹੀ ਹੋਈ ਸੀ ਕਿ ਮੈਨੂੰ ਕਿਸੇ ਦੇ ਚੱਲਣ ਦੀ ਆਵਾਜ਼ ਆਈ। ਮੈਂ ਦੇਖਿਆ ਕਿ ਮੇਰੇ ਬੇਟੇ ਦੇ ਇੱਕ ਹੱਥ ਵਿੱਚ ਮੋਬਾਈਲ ਤੇ ਦੂਸਰੇ ਵਿੱਚ। ਦੋਸਤੋ, ਤੁਹਾਨੂੰ ਖੁੱਲ੍ਹ ਕੇ ਸਾਰੀ ਕਹਾਣੀ ਦੱਸਦੀ ਹਾਂ। ਮੇਰਾ ਨਾਮ ਰਾਖੀ ਹੈ। ਮੇਰੀ ਉਮਰ ਉਸ ਸਮੇਂ ਸਿਰਫ 15 ਸਾਲ ਦੀ ਸੀ ਜਦੋਂ ਮੇਰਾ ਵਿਆਹ ਕਰਵਾ ਦਿੱਤਾ ਗਿਆ। ਮੈਂ ਉਸ ਨੂੰ ਵਿਆਹ ਨਹੀਂ, ਸਿਰਫ ਇੱਕ ਹਾਦਸਾ ਸਮਝਾਂਗੀ, ਕਿਉਂਕਿ ਉਹ ਵਿਆਹ ਮੇਰਾ ਨਹੀਂ ਸੀ ਹੋ ਰਿਹਾ, ਬਲਕਿ ਮੇਰੀ ਵੱਡੀ ਭੈਣ ਦਾ ਹੋ ਰਿਹਾ ਸੀ। ਪਰ ਵਿਆਹ ਵਾਲੇ ਦਿਨ ਮੇਰੀ ਵੱਡੀ ਭੈਣ ਕਿਸੇ ਕਾਰਨ ਘਰੋਂ ਭੱਜ ਗਈ। ਜਿਵੇਂ ਹੀ ਬਰਾਤ ਆਈ ਤਾਂ ਸਾਡੇ ਸਾਰੇ ਘਰ ਵਾਲਿਆਂ ਦੇ ਹੋਸ਼ ਉੱਡ ਗਏ। ਮੇਰੀ ਭੈਣ ਦੀ ਸੱਸ ਨੂੰ ਪਤਾ ਲੱਗਾ ਕਿ ਮੇਰੀ ਭੈਣ ਘਰੋਂ ਭੱਜ ਗਈ ਹੈ। ਉਸ ਦੀ ਸੱਸ ਕਹਿਣ ਲੱਗੀ ਕਿ ਆਪਾਂ ਬਰਾਤ ਵਾਪਸ ਲੈ ਚੱਲਦੇ ਹਾਂ। ਪਰ ਸ਼ਾਇਦ ਮੇਰੇ ਜੀਜੇ ਦੀ ਮੇਰੇ ਤੇ ਪਹਿਲਾਂ ਤੋਂ ਹੀ ਅੱਖ ਸੀ, ਇਸ ਲਈ ਉਹ ਮੇਰੇ ਪਿਤਾ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਆਪਣੀ ਵੱਡੀ ਲੜਕੀ ਦੀ ਥਾਂ ਤੇ ਛੋਟੀ ਲੜਕੀ ਮੇਰੇ ਨਾਲ ਤੋਰ ਦਿਓ। ਇਸ ਤਰ੍ਹਾਂ ਤੁਹਾਡੀ ਇੱਜ਼ਤ ਵੀ ਬਚ ਜਾਵੇਗੀ ਤੇ ਸਾਡੀ ਵੀ। ਪਰ ਮੇਰੀ ਸੱਸ ਉਸ ਸਮੇਂ ਕਹਿਣ ਲੱਗੀ ਕਿ ਅਸੀਂ ਇਸ ਤਰ੍ਹਾਂ ਦੇ ਪਰਿਵਾਰ ਨਾਲ ਰਿਸ਼ਤਾ ਨਹੀਂ ਰੱਖਣਾ, ਕਿਉਂਕਿ ਜੇਕਰ ਇਹਨਾਂ ਦੀ ਵੱਡੀ ਲੜਕੀ ਭੱਜ ਸਕਦੀ ਹੈ ਤਾਂ ਕੱਲ ਨੂੰ ਛੋਟੀ ਦਾ ਵੀ ਕੀ ਪਤਾ। ਪਰ ਮੇਰਾ ਜੀਜਾ ਮੇਰੇ ਨਾਲ ਵਿਆਹ ਕਰਵਾਉਣ ਲਈ ਅੜ ਗਿਆ ਸੀ, ਇਸ ਲਈ ਉਸ ਦੀ ਮਾਂ ਨੂੰ ਆਪਣੇ ਬੇਟੇ ਦੀ ਜਿੱਦ ਅੱਗੇ ਝੁਕਣਾ ਪਿਆ ਤੇ 15 ਸਾਲਾਂ ਦੀ ਉਮਰ ਵਿੱਚ ਮੇਰਾ ਵਿਆਹ ਮੇਰੇ ਜੀਜੇ ਨਾਲ ਕਰਾ ਦਿੱਤਾ ਗਿਆ। ਪਰ ਸਿਰਫ ਮੈਨੂੰ ਹੀ ਇਹ ਪਤਾ ਸੀ ਕਿ ਮੇਰਾ ਜੀਜਾ ਪਹਿਲਾਂ ਤੋਂ ਹੀ ਮੇਰੇ ਤੇ ਨਜ਼ਰ ਰੱਖਦਾ ਸੀ, ਇਸ ਲਈ ਉਸ ਨੂੰ ਮੌਕਾ ਮਿਲ ਗਿਆ ਸੀ ਮੇਰੇ ਨਾਲ ਵਿਆਹ ਕਰਵਾਉਣ ਦਾ। ਉਹ ਲਗਭਗ ਮੇਰੇ ਤੋਂ 13 ਸਾਲ ਵੱਡਾ ਸੀ। ਮਾਂ-ਬਾਪ ਨੇ ਆਪਣੀ ਇੱਜ਼ਤ ਬਚਾਉਣ ਲਈ ਮੈਨੂੰ ਛੋਟੀ ਉਮਰ ਵਿੱਚ ਹੀ ਵਿਆਹ ਕਰਵਾ ਦਿੱਤਾ। 16 ਸਾਲਾਂ ਦੀ ਉਮਰ ਵਿੱਚ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਪਰ ਉਸ ਦੇ ਜਨਮ ਤੋਂ ਪਹਿਲਾਂ ਵੀ ਮੈਨੂੰ ਬਹੁਤ ਸਾਰੇ ਦੁੱਖ ਝੱਲਣੇ ਪਏ ਸੀ। ਹੁਣ ਮੇਰੀ ਜ਼ਿੰਦਗੀ ਵਿੱਚ ਇੱਕ ਐਸਾ ਮੋੜ ਆਇਆ ਜਿਸ ਨੇ ਮੇਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੱਤਾ, ਕਿਉਂਕਿ ਉਸ ਨੂੰ ਡਾਕਟਰ ਕਹਿ ਰਹੇ ਸਨ ਕਿ ਮਾਂ ਤੇ ਬੇਟੇ ਵਿੱਚੋਂ ਸਿਰਫ ਇੱਕ ਨੂੰ ਹੀ ਬਚਾ ਸਕਾਂਗੇ। ਤੇ ਮੇਰੇ ਪਤੀ ਨੇ ਝਟਪਟ ਹੀ ਕਹਿ ਦਿੱਤਾ ਸੀ ਕਿ ਤੁਸੀਂ ਮੇਰੀ ਪਤਨੀ ਨੂੰ ਬਚਾਓ। ਪਰ ਮੇਰੀ ਸੱਸ ਇਸ ਜਿੱਦ ਤੇ ਅੜੀ ਹੋਈ ਸੀ ਕਿ ਸਿਰਫ ਤੇ ਸਿਰਫ ਬੱਚੇ ਦੀ ਜਾਨ ਬਚਾ ਲਈ ਜਾਵੇ। ਮੇਰੀ ਉਸ ਨੂੰ ਕੋਈ ਵੀ ਪਰਵਾਹ ਨਹੀਂ ਸੀ, ਪਰ ਡਾਕਟਰ ਦਾ ਕਹਿਣਾ ਸੀ ਕਿ ਜਿਵੇਂ ਉਸ ਦਾ ਪਤੀ ਕਹੇਗਾ ਉਵੇਂ ਹੀ ਹੋਵੇਗਾ, ਤੇ ਨਾਲੇ ਸਾਈਨ ਤਾਂ ਫਿਰ ਵੀ ਮੇਰੇ ਪਤੀ ਦੇ ਹੀ ਹੋਣੇ ਸੀ। ਇਸ ਲਈ ਡਾਕਟਰ ਨੇ ਮੇਰੇ ਪਤੀ ਦੀ ਮੰਨੀ ਤੇ ਮੈਨੂੰ ਬਚਾਉਣ ਲੱਗੇ। ਪਰ ਕਿਸਮਤ ਦੇਖੋ, ਮੈਂ ਤੇ ਮੇਰਾ ਬੇਟਾ ਦੋਵੇਂ ਹੀ ਸਹੀ ਸਲਾਮਤ ਬਚ ਗਏ ਸੀ। ਮੇਰਾ ਬੇਟਾ ਜਿਵੇਂ ਹੀ 3 ਸਾਲ ਦਾ ਹੋਇਆ ਤਾਂ ਮੇਰੀ ਸੱਸ ਵੀ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ। ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਘਰ ਵਿੱਚ ਲੱਖ ਤਾਣੇ ਮਿਹਣੇ ਸੁਣਨ ਤੋਂ ਬਾਅਦ ਜਦੋਂ ਮੈਂ ਆਪਣੇ ਪਤੀ ਦੇ ਕੋਲ ਜਾਂਦੀ ਤਾਂ ਮੇਰੀ ਸਾਰੀ ਥਕਾਵਟ ਦੂਰ ਹੋ ਜਾਂਦੀ। ਸਾਡੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਸੀ। ਪਰ ਇੱਕ ਦਿਨ ਪਤਾ ਨਹੀਂ ਸਾਡੇ ਘਰ ਨੂੰ ਕਿਸ ਦੀ ਭੈੜੀ ਨਜ਼ਰ ਲੱਗ ਗਈ। ਮੇਰੇ ਪਤੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹੁਣ ਮੈਂ ਬਿਲਕੁਲ ਹੀ ਇਕੱਲੀ ਰਹਿ ਗਈ ਸੀ। ਮੇਰੀ ਉਮਰ ਉਸ ਸਮੇਂ ਸਿਰਫ ਤੇ ਸਿਰਫ 20 ਸਾਲ ਸੀ। ਮੇਰੇ ਪਤੀ ਦੇ ਜਾਣ ਤੋਂ ਬਾਅਦ ਮੇਰੇ ਮਾਂ-ਬਾਪ ਮੈਨੂੰ ਕਹਿਣ ਲੱਗੇ ਕਿ ਤੂੰ ਇਹ ਬੱਚਾ ਸਾਨੂੰ ਦੇ ਦੇ, ਅਸੀਂ ਇਸ ਨੂੰ ਮਾਂ-ਬਾਪ ਬਣ ਕੇ ਪਾਲਾਂਗੇ ਤੇ ਤੂੰ ਖੁਦ ਦੂਜਾ ਵਿਆਹ ਕਰਵਾ ਲਈ, ਨਾਲੇ ਤੇਰੀ ਅਜੇ ਉਮਰ ਹੀ ਕੀ ਹੈ। ਗੱਲ ਤਾਂ ਉਹਨਾਂ ਦੀ ਵੀ ਠੀਕ ਸੀ, ਮੇਰੀ ਉਮਰ ਅਜੇ ਬਹੁਤ ਛੋਟੀ ਸੀ। ਪਰ ਆਪਣੇ ਪਤੀ ਦੇ ਮਰਨ ਤੋਂ ਬਾਅਦ ਮੈਂ ਉਸ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਸੀ, ਕਿਉਂਕਿ ਮੇਰੇ ਮਾੜੇ ਸਮੇਂ ਵਿੱਚ ਉਸਨੇ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਿਆ ਸੀ। ਇਸ ਲਈ ਮੈਂ ਆਪਣੇ ਮਾਂ-ਬਾਪ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਦੂਜਾ ਵਿਆਹ ਨਹੀਂ ਕਰਵਾਉਂਗੀ।
ਮੇਰੇ ਜਿੱਦ ਕਰਨ ਤੇ ਮੇਰੇ ਮਾਂ-ਬਾਪ ਇਸ ਲਈ ਮੰਨ ਗਏ। ਮੇਰੀ ਮਾਂ ਹਮੇਸ਼ਾ ਹੀ ਮੇਰੀ ਭੈਣ ਵਾਸਤੇ ਦੁਆ ਕਰਦੀ ਰਹਿੰਦੀ। ਉਹ ਹਮੇਸ਼ਾ ਇਹ ਸੋਚਦੀ ਸੀ ਕਿ ਕਿਤੇ ਉਹ ਕਿਸੇ ਮੁਸੀਬਤ ਵਿੱਚ ਨਾ ਹੋਵੇ। ਪਰ ਆਪਣੇ ਬਾਪ ਦੇ ਮੂੰਹੋਂ ਮੈਂ ਕਦੇ ਵੀ ਆਪਣੀ ਵੱਡੀ ਭੈਣ ਦਾ ਨਾਮ ਨਹੀਂ ਸੀ ਸੁਣਿਆ। ਸਾਨੂੰ ਉਸ ਬਾਰੇ ਕੁਝ ਵੀ ਨਹੀਂ ਸੀ ਪਤਾ ਕਿ ਉਹ ਕਿੱਥੇ ਚਲੀ ਗਈ, ਜਿਉਂਦੀ ਵੀ ਹੈ ਜਾਂ ਫਿਰ ਮਰ ਗਈ। ਵਕਤ ਗੁਜ਼ਰਦਾ ਗਿਆ। ਮੇਰੇ ਮਾਂ-ਬਾਪ ਮੈਨੂੰ ਇਸ ਦੁਨੀਆ ਤੇ ਇਕੱਲੇ ਛੱਡ ਗਏ। ਹੁਣ ਸਿਰਫ ਮੈਂ ਅਤੇ ਮੇਰਾ ਬੇਟਾ ਹੀ ਮੇਰਾ ਸਹਾਰਾ ਸੀ। ਕਿਉਂਕਿ ਸਾਡਾ ਕੋਈ ਭਰਾ ਨਹੀਂ ਸੀ, ਇਸ ਲਈ ਮੇਰਾ ਘਰ ਤੇ ਕੁਝ ਜ਼ਮੀਨ ਜਾਇਦਾਦ ਮੇਰੇ ਪਿਤਾ ਜੀ ਪਹਿਲਾਂ ਹੀ ਮੇਰੇ ਨਾਮ ਕਰਵਾ ਗਏ ਸੀ। ਇਸ ਤੋਂ ਬਾਅਦ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋਣ ਲੱਗਾ। ਮੈਂ ਕਈ ਜਗ੍ਹਾ ਨੌਕਰੀ ਦੀ ਤਲਾਸ਼ ਕੀਤੀ, ਪਰ ਕਿਤੇ ਵੀ ਕੋਈ ਨੌਕਰੀ ਨਾ ਮਿਲੀ। ਫਿਰ ਇਸ ਤੋਂ ਬਾਅਦ ਮੈਨੂੰ ਇੱਕ ਅੰਕਲ ਜੀ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸੀ ਤੇ ਉਹ ਹਮੇਸ਼ਾ ਸਾਡੇ ਘਰ ਆਉਂਦੇ ਸੀ, ਉਹਨਾਂ ਨੇ ਸਲਾਹ ਦਿੱਤੀ ਕਿ ਮੈਂ ਆਪਣਾ ਮਾਂ-ਬਾਪ ਵਾਲਾ ਘਰ ਵੇਚ ਦੇਵਾਂ ਤੇ ਕੋਈ ਜ਼ਮੀਨ ਜਾਂ ਦੁਕਾਨ ਖਰੀਦ ਲਵਾਂ। ਮੈਂ ਇਸੇ ਤਰ੍ਹਾਂ ਹੀ ਕੀਤਾ। ਆਪਣੇ ਮਾਂ-ਬਾਪ ਦਾ ਘਰ ਵੇਚ ਕੇ ਮੈਂ ਆਪਣੇ ਘਰ ਤੋਂ ਥੋੜੀ ਦੂਰ ਤੇ 2 ਦੁਕਾਨਾਂ ਖਰੀਦ ਲਈਆਂ। ਹੁਣ ਉਹਨਾਂ ਦੁਕਾਨਾਂ ਦੇ ਕਿਰਾਏ ਨਾਲ ਸਾਡੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਹੋਣ ਲੱਗਾ। ਪਹਿਲਾਂ ਤਾਂ ਕਿਰਾਇਆ ਬਹੁਤ ਘੱਟ ਸੀ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਉਸੇ ਤਰ੍ਹਾਂ ਕਿਰਾਏ ਦੀ ਕੀਮਤ ਵੀ ਵੱਧਦੀ ਗਈ, ਜਿਸ ਕਾਰਨ ਮੈਂ ਆਪਣੇ ਬੇਟੇ ਨੂੰ ਇੱਕ ਵਧੀਆ ਸਕੂਲ ਵਿੱਚ ਪੜ੍ਹਨ ਲਈ ਪਾ ਦਿੱਤਾ ਸੀ। ਪਰ ਇੱਕ ਰਾਤ ਮੇਰਾ ਸਰੀਰ ਅੱਗ ਵਾਂਗੂ ਮੱਚਣ ਲੱਗਾ। ਮੈਂ ਜਲਦੀ ਨਾਲ ਬਾਥਰੂਮ ਵਿੱਚ ਨਹਾਉਣ ਲਈ ਗਈ। ਰਾਤ ਦੇ ਕਰੀਬ 2 ਵੱਜ ਰਹੇ ਸਨ। ਮੈਂ ਜਿਵੇਂ ਨਹਾਉਣ ਲੱਗੀ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਮੈਨੂੰ ਕੋਈ ਬਾਥਰੂਮ ਦੀ ਖਿੜਕੀ ਵਿੱਚੋਂ ਦੀ ਦੇਖ ਰਿਹਾ ਹੋਵੇ। ਮੈਂ ਬਾਹਰ ਆਈ ਤਾਂ ਦੇਖਿਆ ਕਿ ਉੱਥੇ ਤਾਂ ਕੋਈ ਵੀ ਨਹੀਂ ਸੀ। ਜਦੋਂ ਮੈਂ ਅੰਦਰ ਗਈ ਤਾਂ ਮੇਰਾ ਬੇਟਾ ਵੀ ਮੋਬਾਈਲ ਗੇਮ ਖੇਡ ਰਿਹਾ ਸੀ। ਮੈਂ ਸੋਚਿਆ ਕਿ ਸ਼ਾਇਦ ਇਹ ਮੇਰਾ ਵਹਿਮ ਹੋਵੇਗਾ। ਅਗਲੇ ਦਿਨ ਮੈਂ ਆਪਣੀ ਇਸ ਬਿਮਾਰੀ ਬਾਰੇ ਡਾਕਟਰ ਕੋਲ ਗੱਲ ਕੀਤੀ ਤਾਂ ਡਾਕਟਰ ਕਹਿਣ ਲੱਗਿਆ ਕਿ ਤੁਸੀਂ ਛੋਟੀ ਉਮਰ ਵਿੱਚ ਹੀ ਬਹੁਤ ਸਾਰੀਆਂ ਟੈਨਸ਼ਨਾਂ ਲਈਆਂ ਨੇ। ਕਦੇ-ਕਦੇ ਸਾਨੂੰ ਇੰਜ ਲੱਗਦਾ ਹੈ ਕਿ ਸਾਡੇ ਟੈਨਸ਼ਨ ਲੈਣ ਨਾਲ ਕੁਝ ਵੀ ਨਹੀਂ ਹੁੰਦਾ, ਪਰ ਇਸ ਦਾ ਪਤਾ ਸਾਨੂੰ ਕੁਝ ਸਮੇਂ ਬਾਅਦ ਲੱਗਦਾ ਹੈ, ਜਦੋਂ ਸਾਡੇ ਸਰੀਰ ਨੂੰ ਅਜੀਬੋ-ਗਰੀਬ ਬਿਮਾਰੀਆਂ ਘੇਰ ਲੈਂਦੀਆਂ ਨੇ। ਸ਼ਾਇਦ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ, ਕਿਉਂਕਿ ਮੈਂ ਵੀ ਛੋਟੀ ਉਮਰ ਵਿੱਚ ਹੀ ਬਹੁਤ ਸਾਰੇ ਦੁੱਖ ਦੇਖੇ ਸਨ। ਪਹਿਲਾਂ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਛੋਟੀ ਉਮਰ ਵਿੱਚ ਕਰ ਦਿੱਤਾ ਤੇ ਉਸ ਤੋਂ ਬਾਅਦ ਪਤੀ ਦਾ ਚਲੇ ਜਾਣਾ। ਪਰ ਅਜੇ ਤੱਕ ਮੈਂ ਦਿਮਾਗੀ ਤੌਰ ਤੇ ਤਾਂ ਵਿਆਹ ਲਈ ਤਿਆਰ ਨਹੀਂ ਸੀ, ਇਸ ਲਈ ਮੈਨੂੰ ਇਹਨਾਂ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਹੁਣ ਜਦੋਂ ਵੀ ਮੈਨੂੰ ਆਪਣੇ ਸਰੀਰ ਵਿੱਚ ਜਲਨ ਮਹਿਸੂਸ ਹੁੰਦੀ ਤਾਂ ਮੈਂ ਬਾਥਰੂਮ ਵਿੱਚ ਨਹਾਉਣ ਲਈ ਚਲੀ ਜਾਂਦੀ। ਅਗਲੇ ਦਿਨ ਰਾਤ ਦੇ ਕਰੀਬ 9 ਵਜੇ ਮੈਂ ਇੱਕ ਵਾਰ ਫਿਰ ਨਹਾਉਣ ਲਈ ਚਲੀ ਗਈ। ਮੈਂ ਨਹਾ ਰਹੀ ਸੀ ਕਿ ਮੈਨੂੰ ਮਹਿਸੂਸ ਹੋਇਆ ਜਿਵੇਂ ਮੈਨੂੰ ਕੋਈ ਬਾਥਰੂਮ ਦੀ ਖਿੜਕੀ ਵਿੱਚੋਂ ਦੇਖ ਰਿਹਾ ਹੈ, ਤੇ ਇਸ ਵਾਰ ਤਾਂ ਮੈਨੂੰ ਉਸ ਦੀ ਪਰਛਾਈ ਵੀ ਦਿਖਾਈ ਦਿੱਤੀ। ਨਹਾਉਣ ਤੋਂ ਬਾਅਦ ਮੈਂ ਜਿਵੇਂ ਹੀ ਬਾਹਰ ਆਈ ਤਾਂ ਮੈਂ ਫਿਰ ਦੁਬਾਰਾ ਬਾਥਰੂਮ ਦੀ ਖਿੜਕੀ ਵੱਲ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਇਹ ਸਭ ਦੇਖ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਹੋਈ ਤੇ ਡਰ ਗਈ। ਮੈਂ ਆਪਣੇ ਬੇਟੇ ਦੇ ਕਮਰੇ ਵਿੱਚ ਗਈ ਤੇ ਉਸ ਨੂੰ ਸਾਰੀ ਕਹਾਣੀ ਦੱਸੀ। ਮੇਰਾ ਬੇਟਾ ਮੈਨੂੰ ਕਹਿਣ ਲੱਗਾ ਕਿ ਮਾਂ, ਇਹ ਤੁਹਾਡਾ ਵਹਿਮ ਹੋਵੇਗਾ, ਮੈਂ ਹੁਣੇ ਹੀ ਚੈੱਕ ਕਰਕੇ ਆਉਂਦਾ ਹਾਂ। ਉਸ ਨੇ ਇੱਕ ਡੰਡਾ ਚੁੱਕਿਆ ਤੇ ਟਾਰਚ ਲੈ ਕੇ ਉਹ ਆਸੇ-ਪਾਸੇ ਦੇਖਣ ਲਈ ਚਲਾ ਗਿਆ। ਉਸ ਨੇ ਸਾਰੇ ਪਾਸੇ ਨਜ਼ਰ ਮਾਰ ਲਈ, ਪਰ ਕੋਈ ਵੀ ਨਜ਼ਰ ਨਾ ਆਇਆ। ਆਉਂਦਿਆਂ ਹੀ ਉਹ ਮੈਨੂੰ ਕਹਿਣ ਲੱਗਾ ਕਿ ਮਾਂ, ਤੁਸੀਂ ਤਾਂ ਐਵੇਂ ਹੀ ਵਹਿਮ ਕਰ ਰਹੇ ਹੋ। ਪਰ ਇਹ ਵਹਿਮ ਨਹੀਂ ਸੀ ਹੋ ਸਕਦਾ, ਕਿਉਂਕਿ ਮੈਂ ਉਸ ਆਦਮੀ ਦੀ ਪਰਛਾਈ ਦੇਖੀ ਸੀ। ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਕੋਈ ਮੇਰੇ ਬੇਟੇ ਨੂੰ ਤੇ ਮੈਨੂੰ ਨੁਕਸਾਨ ਨਾ ਪਹੁੰਚਾ ਦੇਵੇ। ਮੇਰੇ ਬੇਟੇ ਦੀ ਉਮਰ ਉਸ ਸਮੇਂ 18 ਸਾਲ ਦੀ ਸੀ ਤੇ ਮੇਰੀ ਕਰੀਬ 34 ਸਾਲ। ਪਰ ਮੇਰੀ ਖੂਬਸੂਰਤੀ ਦੇਖ ਕੇ ਕੋਈ ਵੀ ਇਹ ਨਹੀਂ ਸੀ ਕਹਿ ਸਕਦਾ ਕਿ ਮੈਂ ਇੱਕ ਬੱਚੇ ਦੀ ਮਾਂ ਹਾਂ। ਇਸ ਲਈ ਮੈਨੂੰ ਹਰ ਵਕਤ ਇਹ ਖੌਫ ਸਤਾਉਂਦਾ ਰਹਿੰਦਾ ਕਿ ਕਿਤੇ ਮੇਰੇ ਨਾਲ ਕੋਈ ਗਲਤ ਨਾ ਕਰ ਜਾਵੇ। ਮੈਂ ਹੁਣ ਫੈਸਲਾ ਕਰ ਲਿਆ ਸੀ ਕਿ ਉਸ ਆਦਮੀ ਦਾ ਪਰਦਾਫਾਸ਼ ਕਰਕੇ ਰਹਾਂਗੀ। ਇਸ ਤੋਂ ਬਾਅਦ ਮੈਂ ਇੱਕ ਪਲਾਨ ਬਣਾਇਆ, ਜਿਸ ਦੇ ਤਹਿਤ ਮੈਂ ਕੁਝ ਮਿੱਟੀ ਆਪਣੇ ਬਾਥਰੂਮ ਵਾਲੀ ਉਸ ਖਿੜਕੀ ਅੱਗੇ ਸੁੱਟ ਦਿੱਤੀ, ਜਿਸ ਨਾਲ ਮੈਨੂੰ ਪੈਰਾਂ ਦੇ ਨਿਸ਼ਾਨ ਪਤਾ ਲੱਗ ਸਕਣ ਕਿ ਵਾਕਿਆ ਉੱਥੇ ਕੋਈ ਆਦਮੀ ਆਉਂਦਾ ਹੈ ਜਾਂ ਫਿਰ ਮੇਰਾ ਕੋਈ ਵਹਿਮ ਹੈ।
ਹਰ ਰੋਜ਼ ਦੀ ਤਰ੍ਹਾਂ ਉਹੀ ਵੇਲਾ ਹੋ ਗਿਆ ਜਿਸ ਸਮੇਂ ਮੈਂ ਨਹਾਉਣ ਜਾਂਦੀ ਸੀ। ਜਿਵੇਂ ਹੀ ਮੈਂ ਨਹਾਉਣ ਲਈ ਅੰਦਰੋਂ ਬਾਥਰੂਮ ਦਾ ਗੇਟ ਬੰਦ ਕੀਤਾ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਬਾਥਰੂਮ ਦੀ ਖਿੜਕੀ ਵਿੱਚੋਂ ਮੈਨੂੰ ਕੋਈ ਦੇਖ ਰਿਹਾ ਸੀ। ਕਰੀਬ 5-7 ਮਿੰਟ ਬਾਅਦ ਮੈਂ ਨਹਾ ਕੇ ਬਾਹਰ ਆਈ ਤਾਂ ਦੇਖਿਆ ਕਿ ਉੱਥੇ ਕਿਸੇ ਆਦਮੀ ਦੇ ਬੂਟਾਂ ਦੇ ਨਿਸ਼ਾਨ ਸਨ। ਹੁਣ ਮੈਨੂੰ ਪੱਕਾ ਯਕੀਨ ਹੋ ਚੁੱਕਿਆ ਸੀ ਕਿ ਜ਼ਰੂਰ ਕੋਈ ਗੜਬੜ ਹੈ। ਅਗਲੇ ਦਿਨ ਜਦੋਂ ਮੈਂ ਆਪਣੇ ਬੇਟੇ ਦੇ ਬੂਟਾਂ ਦੇ ਨਿਸ਼ਾਨ ਦੇਖੇ ਤਾਂ ਉਹ ਬਿਲਕੁਲ ਹੀ ਉਹਨਾਂ ਨਿਸ਼ਾਨਾਂ ਨਾਲ ਮੈਚ ਕਰ ਰਹੇ ਸੀ। ਮੇਰਾ ਦਿਲ ਤਾਂ ਕਹਿ ਰਿਹਾ ਸੀ ਕਿ ਮੇਰਾ ਬੇਟਾ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ, ਪਰ ਮੇਰਾ ਦਿਮਾਗ ਮੈਨੂੰ ਵਾਰ-ਵਾਰ ਇਹ ਇਸ਼ਾਰੇ ਕਰ ਰਿਹਾ ਸੀ ਕਿ ਸਭ ਮੇਰੇ ਬੇਟੇ ਦਾ ਕੀਤਾ ਕਰਾਇਆ ਹੈ। ਪਰ ਮੈਂ ਇਸ ਤਰ੍ਹਾਂ ਉਸ ਨੂੰ ਵੀ ਕੁਝ ਨਹੀਂ ਕਹਿ ਸਕਦੀ ਸੀ ਕਿਉਂਕਿ ਮੈਨੂੰ ਇਹ ਗੱਲ ਤਾਂ ਪੂਰੀ ਤਰ੍ਹਾਂ ਯਕੀਨ ਨਹੀਂ ਸੀ। ਮੈਨੂੰ ਹੁਣ ਬਹੁਤ ਜ਼ਿਆਦਾ ਡਰ ਲੱਗਣ ਲੱਗ ਪਿਆ ਤੇ ਅਗਲੇ ਦਿਨ ਮੈਂ ਬਾਥਰੂਮ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਕਿਉਂਕਿ ਮੇਰੇ ਬੇਟੇ ਦੇ ਕਮਰੇ ਵਿੱਚ ਵੀ ਇੱਕ ਬਾਥਰੂਮ ਸੀ। ਮੈਂ ਸੋਚਿਆ ਕਿ ਮੈਂ ਇੱਥੇ ਹੀ ਨਹਾ ਲਿਆ ਕਰਾਂਗੀ। ਉਸ ਦਿਨ ਮੇਰਾ ਬੇਟਾ ਜਾਗ ਰਿਹਾ ਸੀ, ਇਸ ਲਈ ਮੈਂ ਉਸ ਦੇ ਕਮਰੇ ਵਾਲੇ ਬਾਥਰੂਮ ਵਿੱਚ ਨਹਾਉਣ ਲਈ ਚਲੀ ਗਈ। ਪਰ ਫਿਰ ਮੈਂ ਸੋਚਿਆ ਕਿ ਇਸ ਤਰ੍ਹਾਂ ਮੇਰੇ ਬੇਟੇ ਨੂੰ ਡਿਸਟਰਬ ਕਰਨਾ ਠੀਕ ਨਹੀਂ, ਕਿਉਂਕਿ ਹੋ ਸਕਦਾ ਹੈ ਅਜਿਹੇ ਸਮੇਂ ਮੈਂ ਨਹਾਉਣ ਲਈ ਜਾਵਾਂ, ਉਸ ਸਮੇਂ ਉਹ ਸੋ ਰਿਹਾ ਹੋਵੇ। ਇਸ ਲਈ ਮੈਂ ਉਸ ਦੀ ਨੀਂਦ ਖਰਾਬ ਨਹੀਂ ਸੀ ਕਰਨਾ ਚਾਹੁੰਦੀ ਕਿਉਂਕਿ ਉਸਨੇ ਸਵੇਰੇ ਸਕੂਲ ਵੀ ਜਾਣਾ ਹੁੰਦਾ ਸੀ। ਮੈਂ ਹਰ ਰੋਜ਼ ਦੀ ਤਰ੍ਹਾਂ ਹੁਣ ਥੋੜੀ ਜਿਹੀ ਦਲੇਰੀ ਕਰਕੇ ਉਸੇ ਬਾਥਰੂਮ ਵਿੱਚ ਨਹਾਉਣ ਲਈ ਜਾਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਫਿਰ ਮੈਨੂੰ ਉਹੀ ਪਰੇਸ਼ਾਨੀ ਦੁਬਾਰਾ ਦਿਖਾਈ ਦਿੱਤੀ। ਮੈਂ ਨਹਾ ਕੇ ਬਾਹਰ ਆਉਣ ਤੋਂ ਬਾਅਦ ਹੀ ਫੈਸਲਾ ਕਰ ਲਿਆ ਸੀ ਕਿ ਕੱਲ ਮੈਂ ਇਸ ਦਾ ਪਰਦਾਫਾਸ਼ ਜ਼ਰੂਰ ਕਰਾਂਗੀ। ਅਗਲੇ ਦਿਨ ਮੈਂ ਬੜੀ ਹੁਸ਼ਿਆਰੀ ਨਾਲ ਬਾਥਰੂਮ ਦੇ ਗੇਟ ਦੀ ਕੁੰਡੀ ਬਾਹਰੋਂ ਲਗਾ ਦਿੱਤੀ, ਅੰਦਰੋਂ ਟੂਟੀ ਵੀ ਚਲਾ ਦਿੱਤੀ ਤਾਂ ਕਿ ਉਸ ਆਦਮੀ ਨੂੰ ਇੰਝ ਲੱਗੇ ਜਿਵੇਂ ਮੈਂ ਨਹਾ ਰਹੀ ਹਾਂ। ਤੇ ਮੈਂ ਖੁਦ ਆ ਕੇ ਆਪਣੀ ਰਸੋਈ ਵਿੱਚ ਖੜ ਗਈ ਕਿਉਂਕਿ ਰਸੋਈ ਵਿੱਚ ਬਾਥਰੂਮ ਦੀ ਉਹ ਖਿੜਕੀ ਸਾਫ਼ ਨਜ਼ਰ ਆਉਂਦੀ ਸੀ। ਮੇਰੇ ਪਲਾਨ ਮੁਤਾਬਕ ਕੁਝ ਸਮੇਂ ਬਾਅਦ ਹੀ ਉੱਥੇ ਉਹ ਆਦਮੀ ਆਇਆ ਤੇ ਖੜਾ ਹੋ ਗਿਆ। ਮੈਨੂੰ ਮੋਬਾਈਲ ਦੀ ਫਲੈਸ਼ ਸਾਫ਼ ਨਜ਼ਰ ਆ ਰਹੀ ਸੀ, ਜਿਸ ਨਾਲ ਮੈਨੂੰ ਪਤਾ ਚੱਲ ਚੁੱਕਿਆ ਸੀ ਕਿ ਉਹ ਬਾਥਰੂਮ ਵਿੱਚੋਂ ਦੀ ਵੀਡੀਓ ਬਣਾ ਰਿਹਾ ਹੈ। ਮੈਂ ਤੇਜ਼ੀ ਨਾਲ ਉਸ ਦੇ ਕੋਲ ਗਈ ਤੇ ਉਸ ਦੇ ਸਿਰ ਤੇ ਡੰਡਾ ਮਾਰ ਕੇ ਉਸ ਨੂੰ ਇੱਕ ਵਾਰ ਥੱਲੇ ਸੁੱਟ ਲਿਆ। ਇੰਨੇ ਵਿੱਚ ਮੇਰਾ ਬੇਟਾ ਵੀ ਆ ਗਿਆ। ਜਦੋਂ ਉਸ ਦੀ ਟੋਪੀ ਥੱਲੇ ਡਿੱਗੀ ਤਾਂ ਪਤਾ ਲੱਗਿਆ ਕਿ ਉਹ ਕੋਈ ਆਦਮੀ ਨਹੀਂ ਬਲਕਿ ਇੱਕ ਔਰਤ ਸੀ, ਪਰ ਮੈਨੂੰ ਹਨੇਰੇ ਵਿੱਚ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ ਕਿ ਉਹ ਕੌਣ ਸੀ। ਇਸ ਤੋਂ ਬਾਅਦ ਮੇਰਾ ਬੇਟਾ ਉਸ ਨੂੰ ਘੜੀਸ ਕੇ ਲੌਬੀ ਵਿੱਚ ਲੈ ਆਇਆ, ਜਿਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਮੇਰੀ ਵੱਡੀ ਭੈਣ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਇੰਨੇ ਸਮੇਂ ਬਾਅਦ ਤੈਨੂੰ ਸਾਡੀ ਯਾਦ ਕਿਵੇਂ ਆ ਗਈ ਤੇ ਇਹ ਵੀਡੀਓ ਬਣਾਉਣ ਦਾ ਕੀ ਮਤਲਬ ਸੀ। ਉਸਨੇ ਮੇਰੇ ਸਖਤੀ ਨਾਲ ਪੁੱਛਣ ਤੇ ਜਵਾਬ ਦਿੱਤਾ। ਉਹ ਕਹਿਣ ਲੱਗੀ ਕਿ ਤੂੰ ਮੈਥੋਂ ਮੇਰੇ ਵਿਆਹ ਵਾਲੇ ਦਿਨ ਮੇਰਾ ਸਭ ਕੁਝ ਖੋਹ ਲਿਆ। ਮਾਤਾ ਪਿਤਾ ਨੇ ਤਾਂ ਤੈਨੂੰ ਹੀ ਮੇਰੀ ਥਾਂ ਤੇ ਬਿਠਾ ਦਿੱਤਾ ਕਿਉਂਕਿ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਮੇਰਾ ਪਤੀ ਮੇਰੇ ਨਾਲੋਂ ਜ਼ਿਆਦਾ ਤੈਨੂੰ ਪਸੰਦ ਕਰਦਾ ਸੀ। ਇਸ ਲਈ ਮੈਂ ਉਸ ਰਾਤ ਘਰੋਂ ਭੱਜ ਗਈ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੇਰਾ ਉਸ ਨਾਲ ਵਿਆਹ ਹੋ ਵੀ ਜਾਂਦਾ ਤਾਂ ਵੀ ਉਸਨੇ ਮੈਨੂੰ ਸੱਚਾ ਪਿਆਰ ਨਹੀਂ ਸੀ ਕਰਨਾ। ਇਸ ਲਈ ਮੈਂ ਘਰੋਂ ਜਾਣ ਵਿੱਚ ਹੀ ਭਲਾਈ ਸਮਝੀ। ਪਰ ਮੈਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਪਿਤਾ ਜੀ ਤੇਰਾ ਹੀ ਉਸ ਨਾਲ ਵਿਆਹ ਕਰ ਦੇਣਗੇ, ਬਲਕਿ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਬਰਾਤ ਵਾਪਸ ਮੁੜ ਜਾਵੇਗੀ ਤੇ ਮੈਨੂੰ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਲੱਗਿਆ ਕਿ ਪਿਤਾ ਜੀ ਤੇਰੇ ਵਿਆਹ ਬਾਰੇ ਸੋਚਣਗੇ। ਪਰ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਮੇਰੀ ਥਾਂ ਤੇ ਤੇਰਾ ਵਿਆਹ ਹੋ ਚੁੱਕਿਆ ਹੈ ਤਾਂ ਮੈਂ ਘਰ ਵਾਪਸ ਨਾ ਆਉਣ ਦੀ ਸਹੁੰ ਖਾ ਲਈ। ਪਰ ਮੈਂ ਇਹ ਸੋਚ ਲਿਆ ਸੀ ਕਿ ਮੈਂ ਤੇਰੇ ਤੋਂ ਇਸ ਦਾ ਬਦਲਾ ਜ਼ਰੂਰ ਲਵਾਂਗੀ। ਇਸ ਲਈ ਮੈਂ ਸੋਚਿਆ ਕਿ ਮੈਂ ਤੇਰੀ ਵੀਡੀਓ ਬਣਾ ਕੇ ਤੈਨੂੰ ਬਲੈਕਮੇਲ ਕਰਾਂ। ਇਹ ਸਭ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੈਂ ਉਸ ਨੂੰ ਕਿਹਾ, ਮੈਨੂੰ ਤਾਂ ਉਸ ਸਮੇਂ ਇੰਨੀ ਅਕਲ ਹੀ ਨਹੀਂ ਸੀ। ਜਿਵੇਂ ਮਾਂ-ਬਾਪ ਨੇ ਕਿਹਾ ਮੈਂ ਤਾਂ ਉਵੇਂ ਹੀ ਕਰਨਾ ਸੀ। ਸਾਰੀ ਗਲਤੀ ਤੇਰੀ ਨਿਆਣੀ ਉਮਰ, ਤੂੰ ਮੇਰੀ ਵੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਤੇ ਸਾਨੂੰ ਇਹ ਗੱਲਾਂ ਕਰਦਿਆਂ ਕਰਦਿਆਂ ਸਵੇਰ ਹੋ ਗਈ। ਸਵੇਰੇ ਹੀ ਇੱਕ ਔਰਤ ਸਾਡੇ ਘਰ ਆਈ। ਉਹ ਕਹਿਣ ਲੱਗੀ ਕਿ ਇਹ ਮੇਰੀ ਭਾਬੀ ਹੈ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ। ਮੈਨੂੰ ਤੁਹਾਡੇ ਆਂਢ ਗੁਆਂਢ ਨੇ ਦੱਸਿਆ ਕਿ ਇੱਕ ਔਰਤ ਹਰ ਰੋਜ਼ ਤੁਹਾਡੇ ਘਰ ਵਿੱਚ ਦਾਖਲ ਹੁੰਦੀ ਹੈ। ਇਸ ਲਈ ਮੈਂ ਪੁੱਛਦਿਆਂ ਇੱਥੋਂ ਤੱਕ ਪਹੁੰਚ ਗਈ। ਮਾਫ਼ ਕਰਿਓ ਜੇਕਰ ਤੁਹਾਨੂੰ ਇਸ ਕਰਕੇ ਕੋਈ ਤਕਲੀਫ ਹੋਈ ਹੋਵੇ। ਇਹ ਸਭ ਸੁਣ ਕੇ ਮੈਂ ਬਹੁਤ ਜ਼ਿਆਦਾ ਦੁਖੀ ਹੋਈ। ਉਸ ਔਰਤ ਨੇ ਇਹ ਵੀ ਦੱਸਿਆ ਕਿ ਉਸ ਦੇ ਭਰਾ ਨਾਲ ਮੇਰੀ ਭੈਣ ਦਾ ਵਿਆਹ ਹੋਇਆ ਸੀ
ਤੇ ਉਸ ਦੀ ਇੱਕ ਬੇਟੀ ਵੀ ਸੀ। ਪਰ ਕਰੀਬ 2 ਹਫ਼ਤਿਆਂ ਬਾਅਦ ਉਸ ਦੀ ਬੇਟੀ ਬਿਮਾਰੀ ਕਾਰਨ ਇਸ ਨੂੰ ਛੱਡ ਕੇ ਚਲੀ ਗਈ, ਜਿਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਈ। ਫਿਰ ਮੈਂ ਉਸ ਔਰਤ ਨੂੰ ਦੱਸਿਆ ਕਿ ਇਹ ਮੇਰੀ ਸਕੀ ਭੈਣ ਹੈ ਤੇ ਇਹ ਵੀ ਦੱਸਿਆ ਕਿ ਇਹ ਆਪਣੇ ਵਿਆਹ ਵਾਲੇ ਦਿਨ ਘਰੋਂ ਚਲੀ ਗਈ ਸੀ। ਮੈਂ ਆਪਣੀ ਭੈਣ ਤੇ ਉਸ ਔਰਤ ਲਈ ਖਾਣਾ ਬਣਾਇਆ ਤੇ ਖਾਣਾ ਖਾਣ ਤੋਂ ਬਾਅਦ ਉਹ ਔਰਤ ਮੈਨੂੰ ਕਹਿਣ ਲੱਗੀ ਕਿ ਇਸ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਮੈਨੂੰ ਇਸ ਦੀਆਂ ਸਾਰੀਆਂ ਰਿਪੋਰਟਾਂ ਵੀ ਦਿਖਾਈਆਂ, ਜਿਸ ਵਿੱਚ ਉਹ ਦਿਮਾਗੀ ਮਰੀਜ਼ ਸੀ। ਇਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਕਿ ਮੈਂ ਖੁਦ ਆਪਣੀ ਭੈਣ ਦਾ ਇਲਾਜ ਕਰਾਵਾਂਗੀ। ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰ ਦਾ ਕਹਿਣਾ ਸੀ ਕਿ ਇਹ ਕੁਝ ਹੀ ਸਮੇਂ ਵਿੱਚ ਬਿਲਕੁਲ ਨਾਰਮਲ ਹੋ ਜਾਵੇਗੀ। ਹੁਣ ਮੈਂ ਆਪਣੀ ਭੈਣ ਦਾ ਪੂਰਾ ਖਿਆਲ ਰੱਖਦੀ, ਪਰ ਕਈ ਵਾਰ ਉਹ ਇਸ ਤਰ੍ਹਾਂ ਦੀਆਂ ਗੱਲਾਂ ਛੇੜ ਕੇ ਬਹਿ ਜਾਂਦੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਹੌਲੀ-ਹੌਲੀ ਉਸ ਦੀ ਹਾਲਤ ਵਿੱਚ ਸੁਧਾਰ ਆਉਣ ਲੱਗਾ ਤੇ ਦੇਖਦਿਆਂ ਹੀ ਦੇਖਦਿਆਂ ਉਹ ਬਿਲਕੁਲ ਨਾਰਮਲ ਹੋ ਗਈ। ਇਸ ਤੋਂ ਬਾਅਦ ਮੈਂ ਤੇ ਮੇਰੀ ਭੈਣ ਹੁਣ ਮੇਰੇ ਹੀ ਘਰ ਵਿੱਚ ਇਕੱਠੀਆਂ ਰਹਿੰਦੀਆਂ ਹਾਂ। ਦੋਸਤੋ, ਸਮਾਂ ਬਹੁਤ ਮਹਾਨ ਹੁੰਦਾ ਹੈ। ਇੱਕ ਪਲ ਵਿੱਚ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ। ਕਿਵੇਂ ਮੇਰੀ ਭੈਣ ਦੇ ਇੱਕ ਫੈਸਲੇ ਨੇ ਸਾਡੇ ਸਾਰੇ ਪਰਿਵਾਰ ਤੇ ਮੇਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੱਤਾ। ਇਸ ਕਰਕੇ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹੀ ਮਿਲਦਾ ਹੈ। ਰੱਬ ਦਾ ਭਾਣਾ ਮੰਨ ਕੇ ਉਸੇ ਵਿੱਚ ਰਹਿਣਾ ਸਿੱਖ ਲਵੋ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।